हाँ जी, गुड मॉर्निंग। मैं मोनिका मेहता, साइंस मिस्टर्स GSS लोहगढ़। अज तुहानू करा रहे हैं अडेप्टेशन वाला लैसन। वट आर दी अडेप्टेशनस, क्या होंदियां हैगियां। लेट्स सी कि अच्छी रिकॉर्डिंग हो जे। आई वॉज वरीड अबाउट दी रिकॉर्डिंग। तो वट आर दी अडेप्टेशन। रोटेशन क्यों नहीं हो रही मोबाइल, डाटा भी ऑफ कर दो ना। हाँ जी, साडा अज का टॉपिक है अडेप्टेशन। लेट्स डू कि वट आर दी अडेप्टेशन। 6th क्लास का लैसन नंबर आई थिंक 9th है। वट आर दी अडेप्टेशन एनीमल हाउ। आ पिक्चर्स दिखाई है की है पेंगुइन दिखाया। तो इट लिव्स इन दी पोलर आइस अंटार्कटिक आर्कटिक रीजन च रहिंदा है। स्नेक्स, यदि अगर बैकग्राउंड देखिए तो डेजर्ट, केड़ा इन्वायरमेंट है रेगिस्तान वाला, ठीक है, डेजर्ट इन्वायरमेंट है। ना वहाँ बियर दिखाया। बियर लिव्स इन बर्फ वाले माउंटेन एरिया पर्वतां च रहिंदा है। तो दी प्रोसैस जिहदे नाल कोई भी ऑर्गेनिज्म अपने आप नूं इन्वायरमेंट च रहन लई, ठीक है, अडेप्ट करदा है ताकि उहदी सर्वाइवल बनी रहे। ਉਹ ਪ੍ਰੋਸੈਸ ਜਿਸ ਦੇ ਰਾਹੀਂ ਔਰਗੈਨਿਜ਼ਮ ਆਪਣੇ ਆਪ ਨੂੰ ਐਡਜਸਟ ਕਰਦਾ ਇਨਵਾਇਰਮੈਂਟ ਦੇ ਅਕੋਰਡਿੰਗ ਤਾਂ ਕਿ ਉਹਦੀ ਸਰਵਾਈਵਲ ਬਣੀ ਰਹੇ। ਅਡੈਪਟੇਸ਼ਨ ਜਾਂ ਤਾਂ ਕੋਈ ਬੋਡੀ ਪਾਰਟ ਹੈ ਜਾਂ ਵੇ ਟੂ ਐਕਟ ਟੂ ਸਟੇ ਲਾਈਵ, ਠੀਕ ਹੈ, ਕਿ ਜਿਉਂਦੇ ਰਹਿਣ ਲਈ ਜੋ ਵੀ ਉਹਨੇ ਕੋਈ ਢੰਗ ਅਪਣਾਇਆ ਜਾਂ ਬੋਡੀ 'ਚ ਕੋਈ ਚੇਂਜ ਕੀਤੀ ਤਾਂ ਕਿ ਉਹ ਜਿਉਂਦਾ ਰਹਿ ਸਕੇ, ਤਾਂ ਉਹਨੂੰ ਕੀ ਕਹਿੰਦੇ ਆ, ਅਡੈਪਟੇਸ਼ਨ। ਦੋ ਬੋਡੀ ਪਾਰਟ ਲਾਈਕ ਦੀ ਹੰਪ ਆਫ ਕੈਮਲ, ਠੀਕ ਆ। ਕੈਮਲ ਦੇ ਇੱਥੇ ਕੀ ਹੁੰਦਾ, ਹੰਪ ਹੁੰਦਾ, ਇਹਦੇ ਵਿੱਚ ਫੈਟ ਸਟੋਰੇਜ ਹੋਏਗੀ ਔਰ ਵਾਟਰ ਵਗੈਰਾ, ਜਿਸ ਕਰਕੇ ਇਹ ਕਿੱਥੇ ਡੇਜ਼ਰਟਸ 'ਚ ਰਹਿ ਸਕਦਾ। ਲਾਈਕ ਜਿਵੇਂ ਕੈਕਟਸ ਦਿਖਾਇਆ ਹੈਗਾ ਪਲਾਂਟ। ਸਿਮਿਲਰਲੀ ਦੀ ਵੇ ਟੂ ਐਕਟ, ਇਹ ਕੀ ਹੈ, ਬੀਅਰ ਵਗੈਰਾ ਦਿਖਾਏ ਆ। ਦੇ ਵਿਲ ਹਾਈਬਰਨੇਟ ਦਾ ਮੀਨਸ ਕੀ ਹੁੰਦਾ, ਵਿੰਟਰ ਸਲੀਪ। ਸਰਦੀਆਂ 'ਚ ਕੀ ਹੋਣਗੇ, ਇਹ ਸੋ ਜਾਂਦੇ ਆ ਬੀਅਰ ਵਗੈਰਾ, ਠੀਕ ਹੈ। ਕਿਉਂ ਸੋ ਜਾਂਦੇ ਆ, ਕਿਉਂਕਿ ਮਤਲਬ ਟੂ ਕੋਪ ਅਪ ਦੀ ਇਨਵਾਇਰਮੈਂਟ ਨੂੰ। ਤਾਂ ਅਡੈਪਟੇਸ਼ਨ ਕੀ ਹੁੰਦੀ ਹੈ, ਬੋਡੀ ਪਾਰਟ ਵੇ ਟੂ ਐਕਟ ਥਰੂ ਵਿਚ ਦੇ ਕੈਨ ਸਰਵਾਈਵ, ਦੈਟ ਇਜ਼ ਨੋਨ ਐਜ਼ ਦੀ ਅਡੈਪਟੇਸ਼ਨ। ਕਿ ਬੋਡੀ ਪਾਰਟ ਜਿਹਦੇ ਰਾਹੀਂ ਕੀ ਹੈ ਕੋਈ ਵੀ ਇੰਡੀਵਿਜੂਅਲ ਸਟੇ ਕਰਦਾ ਹੈ। ਨਾਓ ਕਮ ਟੂ ਦੀ ਕੈਮਲ ਦੇ ਵਿੱਚ ਦੇਖੋ ਕਿਆ ਕਿਆ ਅਡੈਪਟੇਸ਼ਨ ਹੋਈ ਵੀ ਹੈ, ਠੀਕ ਆ। ਇਹਦੇ ਜਿਹੜੇ ਫੁੱਟ ਕਿੱਦਾਂ ਹੈਗੇ ਆ, ਪੈਡਡ ਫੀਡ ਟੂ ਸਟੋਪ, ਇੱਦਾਂ ਦੇ ਫੀਟ ਹੁੰਦੇ ਆ ਉਹਨਾਂ ਦੇ ਚੌੜੇ। ਤਾਂ ਇਹਦੇ ਨਾਲ ਏਰੀਆ ਜ਼ਿਆਦਾ ਹੈ ਤਾਂ ਪ੍ਰੈਸ਼ਰ ਕੀ ਹੈ, ਘੱਟ ਲੱਗੇਗਾ ਅਤੇ ਉਹਨਾਂ ਦੇ ਫੁੱਟ ਜੋ ਹੈ ਸਿੰਕ ਨਹੀਂ ਕਰਨਗੇ ਰੇਤ ਦੇ ਵਿੱਚ, ਠੀਕ ਹੈ। ਲੈਗਸ ਕੀ ਹੈ, ਸਟਰੋਂਗ ਹੈਗੀਆਂ ਤਾਂ ਕਿ ਉਹ ਹੌਟ ਸੈਂਡ ਦੇ ਵਿੱਚ ਉਹਨਾਂ ਨੂੰ ਲੌਂਗ ਲੈਗਸ ਹੈ ਤਾਂ ਕਿ ਉਹਨਾਂ ਨੂੰ ਗਰਮੀ ਨਾ ਲੱਗੇ, ਠੀਕ ਹੈ, ਬੋਡੀ ਨੂੰ। ਲੈਦਰੀ ਮਾਊਥ ਐਂਡ ਦੀ ਈਟ ਸਪਾਈਕੀ ਪਲਾਂਟਸ, ਕਿਉਂਕਿ ਉਹਨੇ ਕੰਡੇਦਾਰ ਝਾੜੀਆਂ ਖਾਣੀਆਂ ਤਾਂ ਕਰਕੇ ਉਹਦਾ ਮਾਊਥ ਜੋ ਹੈ ਲੈਦਰ ਦੀ ਤਰ੍ਹਾਂ ਬਣਿਆ ਹੋਇਆ। ਨੋਸਟ੍ਰਿਲ ਜਿਹੜੀਆਂ ਹੈਗੀਆਂ ਸਟੈਚੂਨੀਆਂ, ਤਾਂ ਕਿ ਉਹਦੇ ਵਿੱਚ ਅਗਰ ਨੱਕ ਦੇ ਵਿੱਚ ਮਿੱਟੀ ਚਲੀ ਜਾਂਦੀ ਹੈ ਤਾਂ ਉਹਨੂੰ ਬਾਹਰ ਕੱਢ ਸਕਦਾ। ਈਵਨ ਆਈਜ਼ ਵੀ ਇਹਦੀਆਂ ਅਡੈਪਟਡ ਹੈਗੀਆਂ ਤਾਂ ਕਿ ਉਹਨਾਂ ਦੇ ਵਿੱਚ ਸੈਂਡ ਨਾ ਜਾਵੇ। ਔਰ ਸਭ ਤੋਂ ਜ਼ਰੂਰੀ ਇੱਥੇ ਹੰਪ ਦੇ ਵਿੱਚ ਉਹਨੇ ਫੂਡ ਸਟੋਰੇਜ ਕੀਤਾ ਵਾ, ਕਿਉਂਕਿ ਡੇਜ਼ਰਟਸ 'ਚ, ਠੀਕ ਹੈ, ਉਹਦੀ ਪਾਣੀ ਦੀ ਕਮੀ ਹੁੰਦੀ ਹੈ ਤਾਂ ਇੱਥੇ ਸਟੋਰ ਕਰਕੇ ਰੱਖਦਾ ਫੂਡ ਐਂਡ ਵਾਟਰ। ਹੇਅਰ ਹੈ ਬੋਡੀ 'ਤੇ, ਇੱਥੇ ਹੰਪ ਦੇ ਉੱਤੇ ਹੇਅਰਸ ਹੋਣਗੇ, ਇਹ ਵੀ ਇਹਨੂੰ ਗਰਮੀ ਤੋਂ ਬਚਾਉਂਦੇ ਹੈਗੇ, ਠੀਕ ਹੈ। ਤਾਂ ਇਹ ਕੀ ਹੈ, ਕੈਮਲ ਦੀਆਂ ਅਡੈਪਟੇਸ਼ਨ ਹੈ, ਜਿਹੜੇ ਫੁੱਟ, ਲੈਗਸ, ਮਾਊਥ, ਨੋਸਟ੍ਰਿਲ, ਆਈਜ਼, ਹੰਪ ਹੈਗਾ, ਠੀਕ ਹੈ, ਔਰ
ਹੇਅਰਸ ਹੈਗੇ ਆ ਬੈਕ 'ਤੇ ਤਾਂ ਕਿ ਸਨਸ਼ਾਈਨ ਤੋਂ ਬਚ ਸਕੇ। ਨਾਓ ਇਹ ਅਡੈਪਟੇਸ਼ਨ ਦਿਖਾਈਆਂ ਹਰਬੀਵੋਰਸ ਦੇ ਟੀਥ ਕਿਹੋ ਜਿਹੇ ਹੋਣਗੇ, ਮਤਲਬ ਇੱਦਾਂ, ਠੀਕ ਹੈ, ਦਿਖਾਏ ਹੈ ਇਨਸਾਈਜ਼ਰ ਟਾਈਪ, ਕਿਉਂਕਿ ਅਕੋਰਡਿੰਗ ਟੂ ਈਟਿੰਗ ਹੈਬਿਟਸ ਦੇ ਅਕੋਰਡਿੰਗ ਇਹਨਾਂ ਦੇ ਟੀਥ ਕੀ ਹੈ, ਹੈਬਿਟਸ ਦੇ ਅਕੋਰਡਿੰਗ ਟੀਥਸ ਕੀ ਹੈ, ਚੇਂਜ ਹੋ ਜਾਂਦੇ। ਜਿਵੇਂ ਕਾਰਨੀਵੋਰਸ ਐਨੀਮਲਸ ਹੈਗੇ ਆ, ਠੀਕ ਹੈ, ਕਾਰਨੀਵੋਰਸ ਨੇ ਕਿਆ ਕਰਨਾ ਹੈਗਾ, ਫਲੈਸ਼ ਨੂੰ, ਮੀਟ ਨੂੰ ਟੀਅਰ ਕਰਨਾ, ਠੀਕ ਹੈ, ਮਾਸ ਨੂੰ ਫੜ ਕੇ ਖਾਣਾ। ਤਾਂ ਉਹਨਾਂ ਦੇ ਜਿਹੜੇ ਕੇਨਾਈਨਸ ਹੈ ਉਹ ਕੀ ਹੋਣਗੇ, ਲੰਬੇ ਹੋਣਗੇ, ਤਿੱਖੇ ਹੋਣਗੇ, ਜਿਵੇਂ ਆਹ ਸ਼ੇਪ ਦੇ ਵਿੱਚ ਦਿਖਾਇਆ। ਉਸ ਤੋਂ ਬਾਅਦ ਓਮਨੀਵੋਰਸ, ਤਾਂ ਕੀ ਹੈ ਤੁਹਾਡਾ ਗੋਰੀਲਾ ਵਗੈਰਾ। ਓਮਨੀਵੋਰਸ ਦੇ ਜਿਹੜੇ ਟੀਥ ਹੈਗੇ ਆ ਉਹ ਕੀ ਹੈ, ਇੱਦਾਂ ਦੇ। ਓਮਨੀਵੋਰਸ ਕਿਹੜੇ ਐਨੀਮਲਸ ਹੁੰਦੇ ਆ, ਜਿਹੜੇ ਆਲ ਸ਼ਾਕਾਹਾਰੀ ਵੀ ਹੋਣ, ਮਾਸਾਹਾਰੀ ਵੀ ਹੋਣ। ਤਾਂ ਇਹਨਾਂ ਦੇ ਟੀਥ ਦੇਖੋ, ਇਨਸਾਈਜ਼ਰਸ ਛੋਟੇ ਆ, ਤਿੱਖੇ ਆ, ਠੀਕ ਹੈ, ਇਨਸਾਈਜ਼ਰਸ ਵੱਡੇ ਆ, ਤਾਂ ਯੂ ਕੈਨ ਸੀ। ਉਸ ਤੋਂ ਬਾਅਦ ਹੈਗਾ ਸਟਰਕਚਰਲ ਅਡੈਪਟੇਸ਼ਨ, ਕਿ ਅਕੋਰਡਿੰਗ ਟੂ ਇਨਵਾਇਰਮੈਂਟ, ਜਿਸ ਤਰ੍ਹਾਂ ਹੈ ਆ ਤੁਹਾਨੂੰ ਕੀ ਨਜ਼ਰ ਆ ਰਿਹਾ, ਮੈਂ ਥੋੜ੍ਹਾ ਜ਼ੂਮ ਕਰਕੇ ਦਿਖਾ ਦਿੰਦੀ ਹਾਂ। ਦੇਖੋ ਕੀ ਨਜ਼ਰ ਆ ਰਿਹਾ, ਤੁਸੀਂ ਕਹੋਗੇ ਮੈਮ ਇੱਕ ਪੱਤਾ ਹੈ, ਠੀਕ ਹੈ, ਟੁੱਟਿਆ ਹੋਇਆ, ਪਰ ਅਗਰ ਇਹਨੂੰ ਧਿਆਨ ਨਾਲ ਦੇਖੋ, ਇੱਥੇ ਨਾ ਆਹ ਇੱਕ ਇਨਸੈਕਟ ਬੈਠਾ ਹੈਗਾ ਪੱਤੇ ਦੇ ਉੱਤੇ, ਠੀਕ ਹੈ। ਤਾਂ ਬੈਕਗਰਾਊਂਡ ਜਿਹੋ ਜਿਹੀ ਹੋਊਗੀ ਉੱਦਾਂ ਦਾ ਹੀ ਇਹਨਾਂ ਦਾ ਕਲਰ ਹੁੰਦਾ, ਠੀਕ ਹੈ, ਇਨਸੈਕਟ ਦਾ ਕਲਰ ਹੋਏਗਾ। ਤਾਂ ਇੱਦਾਂ ਇਹਨਾਂ ਦਾ ਪਤਾ ਨਹੀਂ ਲੱਗਦਾ, ਤਾਂ ਪ੍ਰੇਅ ਤੋਂ ਬਚ ਜਾਂਦੇ। ਜਿਵੇਂ ਆਹ, ਠੀਕ ਹੈ, ਕੋਈ ਜਾਨਵਰ ਵਗੈਰਾ ਦਿਖਾਇਆ, ਇਹਦਾ ਜਿਹੜਾ ਬਾਡੀ ਕਲਰ ਹੈ ਉਹ ਬਿਲਕੁਲ ਕਿੱਦਾਂ ਦਾ ਹੈਗਾ, ਜਿਸ ਤਰ੍ਹਾਂ ਦਾ ਪ੍ਰੋਟੈਕਟਿਵ ਰਿਜੈਂਬਲੈਂਸ ਹੈਗੀ ਆ ਸੈਂਡ ਦਾ ਹੈ। ਆਹ ਲਿਊਮਰ ਵਗੈਰਾ ਦਿਖਾਇਆ, ਇਹ ਆਪਣੀਆਂ ਅੱਖਾਂ ਕੀ ਹੈ ਬਾਹਰ ਕੱਢ ਕੇ ਡਰਾ ਦਿੰਦਾ ਅਤੇ ਬਚ ਜਾਂਦਾ। ਸਨੋ ਬੀਅਰ ਹੈ, ਬੀਅਰ ਦਾ ਕਲਰ ਜਿਵੇਂ ਗਰਮੀਆਂ 'ਚ ਉਹ ਕੀ ਹੋ ਜਾਂਦਾ, ਬਰਾਊਨ ਜਿਹੇ ਕਲਰ ਦਾ, ਔਰ ਸਰਦੀਆਂ 'ਚ ਬਿਲਕੁਲ ਵਾਈਟ। ਤਾਂ ਸਨੋ ਦੇ ਨਾਲ ਹੀ ਮੈਚਿੰਗ ਹੋ ਗਈ, ਠੀਕ ਹੈ। ਤਾਂ ਇਹਦੇ ਨਾਲ ਪਤਾ ਨਹੀਂ ਲੱਗਦਾ ਵੀ ਬੀਅਰ ਹੈਗਾ ਉੱਤੇ ਸਨੋ ਦੇ ਵਿੱਚ। ਮਮਿਕਰੀ, ਜਦੋਂ ਵੀ ਜਿਵੇਂ ਆਊਲ ਦਿਖਾਇਆ, ਇਹ ਮਮਿਕਰੀ ਕਰਦਾ, ਠੀਕ ਹੈ, ਇੱਦਾਂ ਐਕਟਿੰਗ ਕਰਦਾ ਜਿਵੇਂ ਡਰਾਉਣ ਦੀ, ਠੀਕ ਹੈ, ਦੋ ਹੋਣ। ਆਹ ਸ਼ਾਰਕ ਦਿਖਾਈ ਹੈਗੀ ਹੈ, ਇਟ ਵਿਲ ਓਪਨ ਮਾਊਥ। ਤਾਂ ਮਮਿਕਰੀ ਜਾਂ ਇਹ ਸਾਰੀਆਂ ਅਡੈਪਟੇਸ਼ਨ ਕਿਉਂ ਹੈ, ਆਪਣੇ ਆਪ ਨੂੰ ਬਚਾਉਣ ਲਈ ਕਿ ਇਹਨਾਂ ਦੀ ਜਨਰੇਸ਼ਨ ਚੱਲਦੀ ਰਹੇ। ਜਿਵੇਂ ਆਹ ਦਿਖਾਇਆ ਜੈਬਰਾ ਦੀ ਬੋਡੀ 'ਤੇ ਕਿਆ ਹੈਗਾ, ਜੈਬਰਾ ਦੀ ਬੋਡੀ 'ਤੇ ਇੱਦਾਂ ਸਟ੍ਰਾਈਪਸ ਬਣੀਆਂ ਹੁੰਦੀਆਂ, ਠੀਕ ਹੈ। ਜਦੋਂ ਇਹ ਗਰਾਸ ਦੇ ਵਿੱਚ, ਝਾੜੀਆਂ ਦੇ ਵਿੱਚ ਖੜ੍ਹੇ ਹੋਣਗੇ ਤਾਂ ਉਹਨਾਂ ਦੀ ਸ਼ੈਡੋ ਇੱਥੇ ਪਏਗੀ ਆ ਵਾਈਟ ਪੋਰਸ਼ਨ 'ਤੇ, ਠੀਕ ਹੈ। ਔਰ ਜਿਹੜੇ ਲੋਇਨਸ ਵਗੈਰਾ ਹੁੰਦੇ ਆ ਉਹ ਕੀ ਹੁੰਦੇ ਆ, ਕਲਰ ਬਲਾਈਂਡ ਹੁੰਦੇ। ਔਰ ਇਹ ਜੈਬਰਾ ਇੱਕ ਝੁੰਡ ਬਣਾ ਕੇ ਰਹਿੰਦੇ ਹੈਗੇ ਆ, ਤਾਂ ਉਹਨੂੰ ਲੋਇਨ ਨੂੰ ਪਤਾ ਨਹੀਂ ਲੱਗਦਾ, ਇੱਦਾਂ ਇਹ ਆਪਣੇ ਆਪ ਨੂੰ ਪ੍ਰੋਟੈਕਟ ਕਰਦੇ ਹੈਗੇ ਆ ਜੈਬਰਾਸ, ਠੀਕ। ਹਾਈਬਰਨੇਸ਼ਨ ਦਾ ਮੀਨਸ ਵਿੰਟਰ ਸਲੀਪ। ਕਈ ਐਨੀਮਲਸ ਆਪਣੇ ਆਪ ਨੂੰ ਬਚਾਉਣ ਲਈ ਇੱਦਾਂ ਨਾਟਕ ਕਰਦੇ ਆ ਵੀ ਉਹ ਤਾਂ ਮਰੇ ਪਏ ਆ। ਹਾਈਬਰਨੇਸ਼ਨ ਕਰਦੇ ਆ, ਠੀਕ ਹੈ, ਸਰਦੀਆਂ 'ਚ ਜਦੋਂ ਠੰਡ ਜ਼ਿਆਦਾ ਪੈ ਜਾਂਦੀ ਆ ਤਾਂ ਉਹ ਆਪਣੇ ਆਪ ਨੂੰ ਅਡੈਪਟ ਕਰਦੇ ਆ ਬਚਾਉਣ ਲਈ, ਕਿ ਉਹ ਮਤਲਬ ਸੁੱਤੇ ਹੀ ਰਹਿੰਦੇ ਆ ਸਰਦੀਆਂ ਦੇ ਵਿੱਚ। ਜਾਂ ਮਾਈਗ੍ਰੇਟਰੀ ਬਰਡਸ ਹੈ, ਦੇ ਵਿਲ ਡੂ ਦੀ ਮਾਈਗ੍ਰੇਸ਼ਨ ਟੂ ਕੀਪ ਦੇਅਰ ਜਨਰੇਸ਼ਨ ਅਹੈਡ, ਠੀਕ ਆ। ਉਸ ਤੋਂ ਬਾਅਦ ਹੈਗਾ ਵੀ ਤੁਹਾਨੂੰ ਐਗਜ਼ਾਮਪਲਸ ਦਿਖਾਈਆਂ, ਜਿਵੇਂ ਆਹ ਦੇਖੋ ਆਊਲ ਹੈ, ਪਤਾ ਹੀ ਨਹੀਂ ਲੱਗਦਾ, ਠੀਕ ਹੈ। ਤਾਂ ਇਹ ਕਿੱਦਾਂ ਦੀ ਅਡੈਪਟੇਸ਼ਨ ਹੈ, ਕਲਰ, ਰੰਗ ਚੇਂਜ ਕਰ ਲਿਆ, ਤਾਂ ਠੀਕ ਹੈ। ਪ੍ਰੀਡੇਟਰ ਨੂੰ ਪਤਾ ਹੀ ਨਾ ਲੱਗੇਗਾ, ਸ਼ਿਕਾਰੀ ਨੂੰ ਪਤਾ ਹੀ ਨਹੀਂ ਲੱਗਦਾ ਕਿ ਇੱਥੇ ਬੈਠਾ ਹੈਗਾ। ਪ੍ਰੀਡੇਟਰ ਅਤੇ ਪ੍ਰੇ ਵਾਲੀ ਐਗਜ਼ਾਮਪਲ ਹੁੰਦੀ ਹੈ, ਠੀਕ ਹੈ, ਆਉਣਗੀਆਂ ਅੱਗੇ। ਤਾਂ ਇੱਦਾਂ ਇਸ ਨੂੰ ਕੀ ਕਹਿੰਦੇ ਆ, ਅਡੈਪਟੇਸ਼ਨ ਕਹਿੰਦੇ ਆ। ਜਿਵੇਂ ਕੈਮਲ ਹੈ, ਕੈਮਲ ਦੀ ਸਕਿਨ ਦਾ ਕਲਰ ਸੈਂਡ ਵਰਗਾ ਹੀ ਹੁੰਦਾ। ਇਹਨੇ ਜਿਰਾਫ ਨੇ ਅਡੈਪਟੇਸ਼ਨ ਕੀਤੀ ਵੀ ਹੈ, ਕਿਉਂਕਿ ਉਹਨੇ
ਝਾੜੀਆਂ ਦੇ ਪੱਤੇ ਖਾਣੇ ਆ ਤਾਂ ਉਹਦੀ ਨੈਕ ਕਿਆ ਹੋਗੀ, ਲੰਬੀ ਹੋਗੀ। ਠੀਕ ਹੈ, ਜਿਵੇਂ ਆਹ ਪੋਲਰ ਬੀਅਰ ਹੈ, ਇਹਨੇ ਆਈਸ 'ਚ ਰਹਿਣਾ ਤਾਂ ਇਹ ਵੀ ਕਲਰ ਦੇ ਰਾਹੀਂ ਅਡੈਪਟੇਸ਼ਨ ਹੋਈ ਵੀ ਆ। ਉਹਦੀ ਫਰ ਜੋ ਹੈ ਉਹਦੇ ਵਿੱਚ ਫੈਟ ਜਮ੍ਹਾਂ ਹੋਏਗੀ ਤਾਂ ਉਹਨੂੰ ਹੀਟ ਤੋਂ ਠੀਕ ਹੈ ਬਚਾਉਂਦੀ ਹੈਗੀ ਆ। ਜਿਹੜੀ ਫਰ ਹੈ, ਫਰ ਦੇ ਵਿੱਚ ਏਅਰ ਇਨ ਟਰੈਪ ਹੋ ਜਾਏਗੀ। ਆ ਪਲਾਂਟਸ ਦਿਖਾਏ ਆ ਗ੍ਰੀਨ ਕਲਰ ਦੇ। ਈਵਨ ਠੀਕ ਹੈ, ਦਿਸ ਇਜ਼ ਆਲਸੋ ਅਡੈਪਟੇਸ਼ਨ ਇਨ ਪੀਕੋਕ। ਉਹ ਆਪਣਾ ਡਾਂਸਿੰਗ ਮੈਥਡ ਰਾਹੀਂ ਇੱਕ ਛੋਟਾ ਜਿਹਾ ਐਨੀਮਲ ਦਿਖਾਇਆ ਤਾਂ ਇਹਦੀ ਬੋਡੀ 'ਤੇ ਇੱਦਾਂ ਕੰਡੇ ਲੱਗੇ ਹੁੰਦੇ ਆ, ਉਹ ਕੀ ਹੈ ਖੜੇ ਹੋ ਜਾਂਦੇ ਆ। ਸ਼ੇਰ ਦੇ ਕੈਨਾਈਨਸ ਹੈਗੇ ਆ ਅਡੈਪਟਡ। ਟੀਥ ਜਿਹੜੇ ਸ਼ਾਰਪ ਹੈ, ਠੀਕ, ਔਰ ਕਲੌਜ਼ ਹੁੰਦੇ ਆ ਇਹਨਾਂ ਉੱਤੇ। ਇੱਕ ਮਤਲਬ ਅਡੈਪਟੇਸ਼ਨ ਸਟਰਕਚਰ ਅਡੈਪਟੇਸ਼ਨ ਕਿਆ ਹੋਏਗੀ, ਕਲਰੇਸ਼ਨ ਦੇ ਨਾਲ ਹੁੰਦੀ ਹੈ ਤਾਂ ਕਿ ਔਰਗੈਨਿਜ਼ਮ ਆਪਣੇ ਇਨਵਾਇਰਮੈਂਟ 'ਚ ਸਹੀ ਢੰਗ ਨਾਲ ਸਰਵਾਈਵ ਕਰ ਸਕੇ। ਉਸ ਤੋਂ ਬਾਅਦ ਆ ਮਮਿਕਰੀ ਦਿਖਾਈ ਹੈ, ਮਤਲਬ ਜੋ ਵੀ ਅਡੈਪਟੇਸ਼ਨ ਹੈ ਦੈਟ ਇਜ਼ ਦੀ ਐਡਜਸਟਮੈਂਟ ਟੂ ਅਬਿਲਿਟੀ ਆਫ ਦੀ ਲਿਵਿੰਗ ਔਰਗੈਨਿਜ਼ਮ ਟੂ ਐਡਜਸਟ ਟੂ ਡਿਫਰੈਂਟ ਕੰਡੀਸ਼ਨ ਆਫ ਇਨਵਾਇਰਮੈਂਟ। ਜਿਵੇਂ ਕਈਆਂ ਦੀ ਸਟਰਕਚਰ, ਕਈਆਂ 'ਚ ਕੋਈ ਸਟਰਕਚਰ ਡਿਵੈਲਪ ਹੋ ਜਾਂਦੀ ਹੈ, ਕਈ ਕਲਰ ਚੇਂਜ ਕਰਦੇ ਆ, ਕਈ ਨਾਟਕ ਕਰਦੇ ਆ, ਜਾਂ ਕਈਆਂ ਦਾ ਬਿਹੇਵੀਅਰ ਚੇਂਜ ਹੋ ਜਾਂਦਾ, ਕਈ ਮਾਈਗ੍ਰੇਟ ਕਰ ਜਾਂਦੇ ਆ, ਜਾਂ ਹਾਈਬਰਨੇਸ਼ਨ ਦਾ ਮੀਨਸ ਵਿੰਟਰ ਸਲੀਪ ਆ ਮਮਿਕਰੀ ਦੀ, ਟੂ ਐਡਜਸਟ ਫॉर ਸਰਵਾਈਵਲ ਯੂ ਕੈਨ ਸੇ। ਠੀਕ ਹੈ, ਜਿਵੇਂ ਆ ਵੀ ਇੱਕ ਤਰ੍ਹਾਂ ਦਾ ਬਿਹੇਵੀਅਰ ਸਟਰਕਚਰ ਚੇਂਜ ਹੈਗੀ ਆ। ਠੀਕ ਆ, ਕਿਸੇ ਨੇ ਜਿਵੇਂ ਬੀਡਸ ਖਾਣੀ ਆ, ਇਹਨੇ ਇਨਸੈਕਟਸ ਵਗੈਰਾ ਚੁਗਣੇ ਹੈਗੇ ਆ, ਪੈਰਟ ਨੇ ਫਰੂਟ ਸਟੀਅਰ ਕਰਨੇ ਹੈਗੇ ਆ, ਤਾਂ ਇਹਨਾਂ ਦੀ ਜਿਹੜੀ ਆ ਬੀਕ ਹੈਗੀ ਆ ਉਹ ਵੀ ਬੀਕ ਚੇਂਜ ਹੋ ਜਾਂਦੀ ਹੈ। ਦੀਜ਼ ਆਰ ਆਲਸੋ ਦੀ ਅਡੈਪਟੇਸ਼ਨ। ਜਿਵੇਂ ਹਮਿੰਗ ਬਰਡ ਨੇ, ਇਹਦੀ ਬੀਕ ਕੀ ਹੈ, ਲੰਬੀ ਹੈਗੀ ਹੈ। ਠੀਕ ਹੈ, ਤਾਂ ਇਨਹੈਰੀਟਿਡ ਕਰੈਕਟਰਸ ਹੈਗੇ ਆ ਜਿਹੜੇ ਕਿ ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਜਾਣਗੇ, ਕੈਨ ਆਈਦਰ ਬੀ ਸਟਰਕਚਰਲ ਔਰ ਬਿਹੇਵੀਅਰ। ਉਸ ਤੋਂ ਬਾਅਦ ਹੈਗਾ ਅਡੈਪਟੇਸ਼ਨ ਜਿਹੜੀਆਂ ਹੈਗੀਆਂ ਇਨਹੈਰੀਟਿਡ ਵੀ ਹੁੰਦੀਆਂ। ਠੀਕ ਹੈ, ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਜਾਂਦੀਆਂ। ਤਾਂ ਅਡੈਪਟੇਸ਼ਨ ਤੋਂ ਐਵੋਲੂਸ਼ਨ ਦਾ ਪਤਾ ਲੱਗਦਾ ਕਿ ਪਹਿਲਾਂ ਕਿਵੇਂ ਸੀ, ਹਰਬੀਵੋਰਸ ਟੂ ਕਾਰਨੀਵੋਰਸ ਐਵੋਲੂਸ਼ਨ ਹੋਇਆ। ਥੋੜ੍ਹੀ ਕਲੀਅਰ ਨਹੀਂ ਆਈ ਪਿਕਚਰ। ਆਊਲ ਦਾ ਦਿਖਾਇਆ ਕਿ ਇਹਦੇ ਕਲਾਸ ਹੁੰਦੇ ਆ, ਇਹਦੀਆਂ ਆਈਜ਼ ਵੱਡੀਆਂ ਹੁੰਦੀਆਂ, ਦੂਰ ਤੱਕ ਦੇਖ ਸਕਦਾ, ਇਹਦੇ ਵਿੰਗਸ ਬੜੇ ਸਟਰੋਂਗ ਹੁੰਦੇ ਹੈਗੇ ਆ। ਠੀਕ ਹੈ, ਪਿਕਚਰ ਨਹੀਂ ਕਲੀਅਰ। ਤਾਂ ਹੁਣ ਪੋਲਰ ਬੀਅਰ ਨੇ ਆਪਣੇ ਆਪ ਨੂੰ ਕਿਵੇਂ ਅਡੈਪਟ ਕੀਤਾ ਹੋਇਆ, ਅਸੀਂ ਇੱਥੋਂ ਸ਼ੁਰੂ ਕਰਦੇ ਹੈਗੇ ਆ। ਪੋਲਰ ਬੀਅਰ ਦੀ ਸੈਂਸ ਆਫ ਸਮੈਲ ਬਹੁਤ ਸਟਰੋਂਗ ਹੁੰਦੀ ਆ, ਤਾਂ ਇਸ ਤੋਂ ਇਹਨੂੰ ਆਪਣੇ ਸ਼ਿਕਾਰ ਦਾ ਦੂਰੋਂ ਹੀ ਪਤਾ ਚੱਲ ਜਾਂਦਾ। ਪੋਲਰ ਬੀਅਰ ਦੀਆਂ ਲੈਗਸ ਸਟਰੋਂਗ ਹੁੰਦੀਆਂ, ਇਹਦੇ ਕਰਕੇ ਉਹਨੂੰ ਠੰਡੇ ਪਾਣੀ 'ਚ ਸਵਿਮ ਕਰਨਾ ਸੌਖਾ ਰਹਿੰਦਾ। ਉੱਪਰ ਫਰ ਵੀ ਹੈਗੀ ਆ। ਪੋਲਰ ਬੀਅਰ ਦੀ ਬੋਡੀ 'ਤੇ ਫਰ ਹੁੰਦੀ ਹੈ ਜਿਹਦੇ ਅੰਡਰ ਫੈਟ ਹੁੰਦੀ ਹੈ, ਤਾਂ ਇਹਨੂੰ ਸਟੇ ਵਾਰਮ ਐਂਡ ਇਹਨੂੰ ਸਨੋ ਦੇ ਵਿੱਚ ਵਾਰਮ ਰੱਖਦੀ ਹੈ। ਪੋਲਰ ਬੀਅਰ ਦੇ ਜਿਹੜੇ ਪੈਰ ਹੁੰਦੇ ਆ ਪੰਜੇ, ਇਹਨਾਂ ਦੇ ਨੀਚੇ ਇੱਦਾਂ ਠੀਕ ਹੈ ਥਿੱਕ ਕੋਟਿੰਗ ਹੁੰਦੀ ਹੈ, ਤਾਂ ਹੁਣ ਉਹ ਪਾਸ ਦੇ ਨੀਚੇ ਸੈਂਡ ਪੇਪਰ ਦੀ ਤਰ੍ਹਾਂ ਥਿੱਕ ਰਫ ਹੁੰਦੇ ਆ, ਜਿਹੜੇ ਕਿ ਇਹਨੂੰ ਸਲਿੱਪਰੀ ਆਈਸ 'ਤੇ ਠੀਕ ਹੈ ਫਿਸਲਣ ਨਹੀਂ ਦਿੰਦੇ। ਪੋਲਰ ਬੀਅਰ ਕੈਨ ਰਨ ਦੱਸਿਆ ਦੀ ਸਪੀਡ 1 ਘੰਟੇ 'ਚ ਕਿੰਨੇ 20 ਮੀਲ ਪਰ ਆਰ ਦੀ ਸਪੀਡ ਨਾਲ। ਦੁਬਾਰਾ ਦੇਖੋ ਫਰ ਕੀ ਹੈ, ਇਨਸੂਲੇਟ ਕਵਰਿੰਗ ਹੈ ਜਿਹੜੀ ਕਿ ਮਤਲਬ ਫੈਟ ਡਿਪੋਜ਼ਿਟ ਹੁੰਦੇ ਨੂੰ ਠੰਡ ਤੋਂ ਬਚਾਉਂਦੀ ਹੈ। ਪੈਰਾਂ ਦੇ ਨੀਚੇ ਪੈਡਲਸ ਜਾਂ ਸ਼ੂਜ਼ ਲਾਈਕ ਸਟਰਕਚਰਸ ਹੁੰਦੀਆਂ। ਦੈਨ ਐਵੋਲੂਸ਼ਨ ਐਂਟੀਲੋਪ ਦਿਖਾਇਆ, ਇਹਦੇ ਵਿੱਚ ਇਹਦੇ ਜਿਹੜੇ ਠੀਕ ਹੈ ਬਾਰਾਂਸਿੰਗਾ, ਤਾਂ ਇਹ ਵੀ ਜਾਂ ਉਹਦੇ ਖੁਰ ਵਗੈਰਾ ਹੈਗੇ ਆ, ਇਹ ਵੀ ਅਡੈਪਟੇਸ਼ਨ ਦਿਖਾਈ ਹੈ ਫਿਟ। ਦੀਜ਼ ਆਰ ਆਲਸੋ ਦੀ ਅਡੈਪਟੇਸ਼ਨ। ਅਲੱਗ ਅਲੱਗ ਵਰਾਇਟੀਜ਼ ਦੇਖੋ ਇਹਦੀਆਂ, ਤਾਂ ਡੋਗਸ ਦੀਆਂ ਬਣ ਗਈਆਂ। ਹਿਊਮਨ ਦਾ ਐਵੋਲੂਸ਼ਨ ਹੋਇਆ, ਇਹ ਵੀ ਇੱਕ ਅਡੈਪਟੇਸ਼ਨ ਹੈ। ਟਰੀ ਤੋਂ ਲੈਂਡ 'ਤੇ ਆ ਗਿਆ, ਜਾਂ ਡਾਇਨਾਸੋਰ ਨਹੀਂ ਅਡੈਪਟ ਕਰ ਸਕਿਆ ਤਾਂ ਉਹਦੇ ਮਤਲਬ ਰਿਮੇਨਸ ਜਾਂ ਪ੍ਰਿੰਟਸ ਵਗੈਰਾ ਰਹਿ ਗਏ। ਫੋਸਿਲਸ ਤੋਂ ਵੀ ਸਾਨੂੰ ਅਡੈਪਟੇਸ਼ਨ ਦਾ
ਪਤਾ ਲੱਗਦਾ ਕਿਉਂ ਹੁੰਦੀ ਆ ਅਡੈਪਟੇਸ਼ਨ। ਕਿਉਂਕਿ ਹਰ ਇੱਕ ਨੇ ਆਪਣੀ ਸਰਵਾਈਵਲ ਕਰਨ ਲਈ ਫੂਡ, ਵਾਟਰ, ਨਿਊਟਰੀਐਂਟਸ, ਠੀਕ ਹੈ, ਬੈਸਟ ਏਰੀਆ ਚਾਹੀਦਾ, ਲਾਈਟ, ਤਾਂ ਇਸ ਕਰਕੇ ਅਡੈਪਟੇਸ਼ਨ ਹੁੰਦੀ ਹੈ। ਜਿਵੇਂ ਫੂਡ ਦੇ ਕਰਕੇ ਹੈ ਤਾਂ ਇੱਕ ਕਿਸੇ ਆਪਣੀ ਸਪੀਸੀਜ਼ ਨਾਲ ਕੰਪੀਟੀਸ਼ਨ ਕਰਦੇ ਹੈਗੇ। ਏਰੀਆ ਲਈ ਅਡੈਪਟੇਸ਼ਨ ਹੁੰਦੀ ਆ, ਅੱਛੇ ਮੇਟ ਲਈ, ਠੀਕ ਹੈ, ਲਾਈਟ ਲਈ ਅਡੈਪਟੇਸ਼ਨ ਹੋਏਗੀ, ਜਿਵੇਂ ਪਲਾਂਟਸ ਹੈ ਲਾਈਟ ਲਈ, ਵਾਟਰ ਲਈ, ਨਿਊਟਰੀਐਂਟਸ ਔਰ ਸਪੇਸ ਲਈ, ਠੀਕ ਹੈ। ਤਾਂ ਪਲਾਂਟਸ ਜਿਹੜੇ ਆ ਇੰਨਾ ਕਰਨਾ ਕਰਕੇ ਅਡੈਪਟ ਕਰਦੇ ਹੈਗੇ ਆ। ਇਹ ਵੀ ਕੁਛ ਐਨੀਮਲਸ, ਜਿਰਾਫ ਵਗੈਰਾ ਦਿਖਾਇਆ ਹੈਗਾ। ਉਸ ਤੋਂ ਬਾਅਦ ਆ ਸਾਰਾ ਅਡੈਪਟੇਸ਼ਨ ਦਾ ਟੋਪਿਕ ਆ। ਜਿਵੇਂ ਆ ਸਨੇਕ ਐਂਡ ਬਟਰਫਲਾਈ ਮਿਮਿਕਰੀ ਕਰਦੇ ਆ। ਕੈਮੋਫਲੇਗ ਗਿਰਗਟ ਦੇ ਵਿੱਚ ਦੇਖੀ ਹੈ ਨਾ, ਅਗਰ ਇਹ 'ਚ ਪਲਾਂਟਸ 'ਤੇ ਹੋਏਗੀ ਤਾਂ ਗਰੀਨ ਹੋ ਜਾਂਦੀ ਹੈ, ਅਗਰ ਇਹ ਸੈਂਡ 'ਤੇ ਹੋਏਗੀ ਤਾਂ ਸੈਂਡੀ ਕਲਰ ਦੀ ਹੋ ਜਾਂਦੀ ਹੈ। ਇੱਦਾਂ ਇਹਨੂੰ ਕੈਮੋਫਲੇਗ, ਕੁਛ ਆ ਪਲਾਂਟਸ ਵਗੈਰਾ ਦਿਖਾਏ ਹੈਗੇ ਆ। ਕਲਾਸ ਦੇ ਥਰੂ ਵੀ ਅਡੈਪਟੇਸ਼ਨ ਹੈ, ਸਾਊਂਡ ਦੇ ਥਰੂ, ਟੈਂਟੇਕਲਸ, ਜੈਲੀਫਿਸ਼ 'ਚ ਟੈਂਟੇਕਲ, ਸਨੇਲ 'ਚ ਸ਼ੈਲ ਰਾਹੀਂ, ਠੀਕ ਹੈ। ਫਰੋਗ ਵਗੈਰਾ ਪੋਇਜ਼ਨਸ ਸਬਸਟਾਂਸ ਸਕਰੀਟ ਕਰਦੇ ਆ ਬੋਡੀ ਤੋਂ, ਇਹ ਵੀ ਇੱਕ ਤਰ੍ਹਾਂ ਦੀ ਅਡੈਪਟੇਸ਼ਨ ਹੈ। ਔਰ ਇਹਨਾਂ 'ਤੇ ਸਪਾਈਨਸ ਹੁੰਦੇ ਆ ਕੈਕਟਸ ਵਗੈਰਾ 'ਤੇ। ਤਾਂ ਦਿਸ ਸ਼ੋਜ਼ ਪਲਾਂਟਸ ਅਤੇ ਐਨੀਮਲ 'ਚ ਵੇਰੀਅਸ ਟਾਈਪ ਦੀਆਂ ਅਡੈਪਟੇਸ਼ਨਸ ਹੁੰਦੀਆਂ। ਅਸੀਂ ਐਨੀਮਲਸ ਦੀਆਂ ਅਡੈਪਟੇਸ਼ਨ ਪੜ੍ਹਨੀਆਂ ਹੈਗੀਆਂ ਇਸ ਲੈਸਨ 'ਚ। ਸਟਾਰਟਿੰਗ 'ਚ ਹੈਗਾ ਲਿਵਿੰਗ ਐਂਡ ਨੋਨ ਲਿਵਿੰਗ ਥਿੰਗਸ, ਠੀਕ ਹੈ। ਜੋ ਰਿਸਪਾਇਰ ਕੈਨ ਲੋਕੋਮੋਸ਼ਨ ਹੋਵੇ, ਜਿਨ੍ਹਾਂ 'ਚ ਕੈਨ ਰੀਪਰੋਡਿਊਸ, ਕੈਨ ਡਾਈਜੈਸਟ, ਸਾਹ ਕਿਰਿਆ ਹੋਵੇ, ਭੋਜਨ ਖਾਣ, ਪਚਾਣ, ਠੀਕ ਹੈ। ਜੋ ਵੀ ਹੈ ਲਿਵਿੰਗ ਬੀਇੰਗਸ ਦੇ ਰੈਸਪੀਰੇਸ਼ਨ, ਲੋਕੋਮੋਸ਼ਨ, ਇੱਦਾਂ ਦੇ ਕਰੈਕਟਰਸ ਹੋਣ। ਉਸ ਤੋਂ ਅੱਗੇ ਹੈਗਾ ਆਹ ਸਾਰੀਆਂ ਅਡੈਪਟੇਸ਼ਨ ਦਿਖਾਈਆਂ, ਜਿਵੇਂ ਚੂਹੇ ਹੈ ਇੱਥੇ, ਠੀਕ ਹੈ, ਫੂਡ ਸਟੋਰ ਕਰਕੇ ਰੱਖਦੇ ਹੈਗੇ ਆ। ਇਹ ਤਾਂ ਇੱਕ ਮੈਚਿੰਗ ਵਾਲੀ ਸ਼ੀਟ ਸੀ। ਨਾਓ ਤੁਸੀਂ ਇਹ ਇੱਕ ਸ਼ੀਟ ਹੈਗੀ ਹੈ, ਇਹਦੇ ਵਿੱਚ ਦੱਸਣਾ ਆ ਤੁਹਾਨੂੰ ਫੋਰੈਸਟ ਦਿਖਾਏ ਹੈ, ਠੀਕ ਹੈ, ਅਲੱਗ ਅਲੱਗ ਜਗ੍ਹਾ ਦੇ। ਡੈਸੀਡਸ ਫੋਰੈਸਟ, ਅਫਰੀਕਨ ਸਵਾਨਾਸ ਔਰ ਕੋਰਲ ਰੀਫ, ਡੇਜ਼ਰਟ ਅਤੇ ਅਮਰੀਕਨ ਰੇਨ ਫੋਰੈਸਟ, ਠੀਕ ਹੈ। ਇੱਧਰ ਐਨੀਮਲਸ ਦਿਖਾਏ ਹੈਗੇ ਆ, ਤਾਂ ਯੂ ਹੈਵ ਟੂ ਡੂ ਦੀ ਮੈਚਿੰਗ ਕਿ ਕਿਹੜਾ ਐਨੀਮਲ ਕਿਹੜੇ ਟੈਰੀਟੋਰੀਅਲ ਏਰੀਆ 'ਚ ਸਰਵਾਈਵ ਕਰੇਗਾ। ਲਾਈਕ ਫੋਰ ਐਗਜ਼ਾਮਪਲ ਜਿਹੜੀਆਂ ਫਿਸ਼ ਵਗੈਰਾ ਹੋਏਗੀ ਉਹ ਕਿੱਥੇ ਰਹਿ ਸਕਦੀ ਹੈ, ਪੌਂਡ ਦੇ ਵਿੱਚ। ਤਾਂ ਇਹ ਮੈਚਿੰਗ ਲਈ ਸੀ। ਵੇਲ ਫਿਸ਼ ਵੀ ਇਹਦੇ ਵਿੱਚ, ਠੀਕ ਹੈ, ਪਾਣੀ ਵਾਲੀ ਜਗ੍ਹਾ 'ਤੇ ਹੋਏਗੀ, ਇਕੁਐਟਿਕ ਇਨਵਾਇਰਮੈਂਟ 'ਚ। ਦੈਨ ਇਹਨਾਂ ਦੇ ਵਿੱਚ ਅਸੀਂ ਪੜ੍ਹ ਲਿਆ ਕੈਮਲ ਅਤੇ ਪੋਲਰ ਬੀਅਰ ਦਾ ਅਸੀਂ ਹਜੇ ਦੇਖ ਕੇ ਹਟੇ ਹਾਂ। ਦੈਨ ਜਿਰਾਫ ਦੀ ਨੈਕ ਕੀ ਹੁੰਦੀ ਹੈ, ਲੰਬੀ ਹੁੰਦੀ ਹੈ, ਕਿਉਂਕਿ ਉਹਨੇ ਪੱਤੇ ਖਾਣੇ ਹੁੰਦੇ ਆ ਲੰਬੇ ਦਰਖਤਾਂ ਦੇ। ਲੋਆਇਨਸ ਦਾ ਜਿਹੜਾ ਕਲਰ ਹੈ ਉਹ ਸੈਂਡੀ ਕਲਰ ਹੁੰਦਾ, ਕਿਉਂਕਿ ਉਹਨੇ ਟਾਲ ਗਰਾਸ ਦੇ ਵਿੱਚ ਰਹਿਣਾ। ਤਾਂ ਜਿਹੜਾ ਪ੍ਰੇ ਹੈ, ਸ਼ਿਕਾਰ ਹੈ, ਉਹਨੂੰ ਪਤਾ ਨਹੀਂ ਲੱਗਦਾ ਕਿ ਇੱਥੇ ਲੋਆਇਨ ਵੀ ਹੈਗਾ। ਪੈਂਗੂਇਨ ਆਪਣਾ ਬੋਡੀ ਟੈਂਪਰੇਚਰ ਹਾਈ ਰੱਖਣ ਲਈ ਸਕਿਨ ਦੇ ਅੰਡਰ ਕੀ ਹੈ, ਬਹੁਤ ਸਾਰੀ ਫੈਟ ਜਮ੍ਹਾਂ ਕਰਕੇ ਰੱਖਦਾ। ਔਰ ਇਹ ਇੱਕ ਦੂਜੇ ਨਾਲ ਜਦੋਂ ਸਰਦੀਆਂ ਹੁੰਦੀਆਂ ਜੁੜ ਕੇ ਇੱਕ ਝੁੰਡ ਬਣਾ ਕੇ ਰਹਿੰਦੇ ਆ, ਠੀਕ ਹੈ। ਤਾਂ ਇਹ ਸਾਰੀਆਂ ਇੱਦਾਂ ਦੀਆਂ ਅਡੈਪਟੇਸ਼ਨਸ ਹੈਗੀਆਂ। ਐਨੀਮਲ ਫਿਜ਼ੀਕਲ ਅਡੈਪਟੇਸ਼ਨ ਅਡੈਪਟ ਦੈਮਸੈਲਫ ਟੂ ਦੀ ਇਨਵਾਇਰਮੈਂਟ ਦੈਟ ਆਰ ਦੀ ਫਿਜ਼ੀਕਲ ਇਨਵਾਇਰਮੈਂਟ ਅਡੈਪਟੇਸ਼ਨ। ਉਦੋਂ ਬਾਅਦ ਹੌਟ ਵੈਦਰ 'ਚ ਐਨੀਮਲਸ ਆਪਣੇ ਆਪ ਨੂੰ ਕਿਵੇਂ ਅਡੈਪਟ ਕਰਦੇ ਆ। ਜਦੋਂ ਤਾਂ ਦੇਖੋ ਸਰਦੀਆਂ ਹੈ, ਜਿਵੇਂ ਜਾਕ ਹੈ, ਲੂੰਬੜੀ ਦਿਖਾਈ ਹੈ, ਠੀਕ ਆ, ਤਾਂ ਇਹਨਾਂ ਦੀ ਬੋਡੀ 'ਤੇ ਬਹੁਤ ਸਾਰੀ ਫਰ ਗਰੋ ਕਰ ਜਾਂਦੀ ਹੈ, ਹੇਅਰਸ ਕੀ ਹੈ ਗਰੋ ਕਰ ਜਾਂਦੇ ਆ। ਇਹਦੇ ਅੰਡਰ ਕਿਆ ਹੁੰਦੀ ਹੈ, ਫੈਟ ਹੁੰਦੀ ਹੈ। ਤਾਂ ਫੈਟ ਉਹਨਾਂ ਨੂੰ ਹੀਟ ਪ੍ਰੋਵਾਈਡ ਕਰੇਗੀ, ਸਰਦੀ ਤੋਂ ਬਚਾਉਂਦੀ ਹੈ। ਪਰ ਜਦੋਂ ਇਹ ਗਰਮੀਆਂ ਆਉਂਦੀਆਂ, ਠੀਕ ਹੈ, ਜਿਵੇਂ ਆਹ ਜਾਕ ਹੈ, ਦਿਖਾਇਆ ਜੋ ਵੀ ਜਾਨਵਰ ਹੈ, ਕਿਹੜੇ ਜਾਨਵਰ ਹੈ, ਐਂਟੀਲੋਪ,
ਠੀਕ ਹੈ, ਦੇਖ ਰਹੇ ਹੋ ਨਾ, ਬੱਕਰੀ ਹੈਗੀ। ਤਾਂ ਇਹ ਆਪਣੀ ਫਰ ਨੂੰ ਕੀ ਹੈ, ਗਰਮੀਆਂ ਦੇ ਵਿੱਚ ਕੀ ਹੈ, ਸ਼ੈੱਡ ਕਰ ਦੇਣਗੇ, ਝੜ ਜਾਂਦੀ ਹੈ ਇਹਨਾਂ ਦੇ ਬਾਲ, ਤਾਂ ਇਹਨਾਂ ਨੂੰ ਗਰਮੀ ਨਹੀਂ ਲੱਗਦੀ। ਇੱਦਾਂ ਫਰ ਦੇ ਥਰੂ ਉਹਨਾਂ ਨੇ ਆਪਣੇ ਆਪ ਨੂੰ, ਐਨੀਮਲਸ ਨੇ, ਇਹ ਲਿਖਿਆ ਹੋਇਆ ਵਿੰਟਰ 'ਚ ਗਰੋ ਥਿੱਕਰ ਫਰ, ਠੀਕ ਹੈ। ਪਰ ਗਰਮੀ ਆਉਣ 'ਤੇ ਇਹ ਵਿੰਟਰ ਕੋਟ ਉਹਨਾਂ ਦੇ ਉਤਰ ਜਾਂਦੇ ਆ, ਜਿਵੇਂ ਅਸੀਂ ਵੀ ਸਰਦੀਆਂ 'ਚ ਕੋਟ ਪਾਉਂਦੇ ਹੈਗੇ ਆ, ਠੀਕ ਹੈ। ਕੁਛ ਕੁ ਐਨੀਮਲ ਦਿਖਾਏ ਸੀਗੇ, ਡਿਪੈਂਡ ਅਪੋਨ ਦੀ ਗ੍ਰਾਸ ਏਰੀਆ 'ਚ ਰਹਿੰਦੇ ਹੈਗੇ ਆ ਨਾ। ਉਹ ਕਾਰਨੀਵੋਰਸ, ਜਿੰਨੇ ਵੀ ਕਾਰਨੀਵੋਰਸ ਹੁੰਦੇ ਆ ਉਹਨਾਂ ਦੇ ਕੈਨਾਈਨ ਕਿਆ ਹੋਣਗੇ, ਸ਼ਾਰਪ ਹੋਣਗੇ, ਤਾਂ ਕਿ ਉਹ ਮੀਟ ਨੂੰ ਟੀਅਰ ਕਰ ਸਕਣ, ਫਾੜ ਸਕਣ। ਹਰਬੀਵੋਰਸ ਦੇ ਜਿਹੜੇ ਮੋਲਰਸ ਹੈ ਉਹਨਾਂ ਨੇ ਗ੍ਰਾਸ ਨੂੰ ਚਬਾਉਣਾ ਹੈਗਾ, ਅਤੇ ਚੂਇੰਗ ਟਾਈਪ ਦੇ, ਠੀਕ ਹੈ, ਹੋਣਗੇ ਉਹਨਾਂ ਦੇ ਮੋਲਰਸ। ਇਹ ਡਿਪੈਂਡ ਕਰਦਾ ਅਡੈਪਟੇਸ਼ਨ ਡਿਊ ਟੂ ਡਾਈਟ ਦੇ ਕਰਕੇ। ਤੁਹਾਨੂੰ ਹੁਣੇ ਸੁਣਾਇਆ ਸੀ ਕਿ ਜੈਬਰਾਸ ਜਿਹੜਾ ਹੈਗਾ ਨੇ, ਇਹਦੇ ਸਰੀਰ 'ਤੇ ਇੱਦਾਂ ਸਟਾਈਪਸ ਹੋਣਗੀਆਂ। ਹਰ ਇੱਕ ਦਾ ਨਾ ਆਪਣਾ ਆਪਣਾ ਪੈਟਰਨ ਹੁੰਦਾ, ਜਿਵੇਂ ਤੁਹਾਡੇ ਫਿੰਗਰ ਪ੍ਰਿੰਟਸ ਅਲੱਗ ਅਲੱਗ ਤਰ੍ਹਾਂ ਦੇ ਆ, ਠੀਕ ਹੈ। ਤਾਂ ਹਰ ਇੱਕ ਜੈਬਰਾ 'ਤੇ ਅਲੱਗ ਅਲੱਗ ਟਾਈਪ ਦੀਆਂ ਧਾਰੀਆਂ ਹੁੰਦੀਆਂ। ਜਦੋਂ ਇਹ ਗ੍ਰਾਸ 'ਚ ਖੜਾ ਹੋਊਗਾ ਤਾਂ ਗ੍ਰਾਸ ਦੀ ਸ਼ੈਡੋ ਕੀ ਹੈ, ਬਲੈਕ ਪੋਰਸ਼ਨ 'ਤੇ ਪਏਗੀ, ਔਰ ਲੋਆਇਨ ਕੀ ਹੈ, ਕਲਰ ਬਲਾਈਂਡ ਹੈ, ਠੀਕ ਹੈ। ਇੱਥੇ ਲਿਖਿਆ ਲੋਆਇਨ ਇਜ਼ ਕਲਰ ਬਲਾਈਂਡ, ਲੋਆਇਨ ਨੂੰ ਪਤਾ ਹੀ ਨਹੀਂ ਲੱਗਦਾ ਕਿ ਜੈਬਰਾਸ ਖੜੇ ਹੈਗੇ ਆ। ਤਾਂ ਉਹਨਾਂ ਦਾ ਜਿਹੜੀਆਂ ਡਿਊ ਟੂ ਸਟਾਈਪ, ਜਦੋਂ ਜੈਬਰਾ ਉਹਦੇ ਵਿੱਚ ਗ੍ਰਾਸ 'ਚ ਖੜੇ ਆ ਤਾਂ ਉਹਨਾਂ ਦਾ ਬਲੈਂਡ ਕਰ ਜਾਂਦਾ ਹੈਗੇ ਗ੍ਰਾਸ ਦੇ ਨਾਲ, ਡਿਊ ਟੂ ਸਟਾਈਪ। ਔਰ ਜੈਬਰਾਸ ਜਿਹੜੇ ਹਰਡ 'ਚ ਰਹਿੰਦੇ ਹੈਗੇ ਆ, ਅਤੇ ਉਹਨਾਂ ਦੀਆਂ ਸਟਾਈਪਸ ਇੱਕ ਦੂਜੇ ਨਾਲ ਮਤਲਬ ਇੱਦਾਂ ਬਲੈਂਡਿੰਗ ਹੁੰਦੀ ਆ ਕਿ ਲੋਆਇਨ ਨੂੰ ਕਨਫਿਊਜ਼ਨ ਹੋ ਜਾਂਦੀ ਆ। ਵੈਨ ਦੇ ਆਲ ਸਟਾਰਟ ਰਨਿੰਗ, ਉਹ ਇਕੱਠੇ ਭੱਜਣਾ ਸ਼ੁਰੂ ਕਰ ਦਿੰਦੇ ਆ, ਤਾਂ ਇੱਦਾਂ ਆਪਣੇ ਮਤਲਬ ਉਹਨਾਂ ਦਾ ਸ਼ਿਕਾਰ ਨਹੀਂ ਹੁੰਦਾ। ਤੋਂ ਬਾਅਦ ਅਡੈਪਟੇਸ਼ਨ ਇਨ ਜਿਰਾਫ ਦੇ ਵਿੱਚ ਕੀ ਹੈ, ਇਹਨੇ ਅਕੇਸ਼ੀਆ ਟਰੀ ਦੇ ਪੱਤੇ ਖਾਣੇ ਆ, ਤਾਂ ਇਹਦੀ ਨੈਕ ਕੀ ਹੋ ਗਈ, ਲੰਬੀ ਹੋ ਗਈ। ਔਰ ਜਿਹੜੇ ਅਫਰੀਕਨ ਸਵਾਨਾ ਦੇ ਵਿੱਚ ਛੁਪਣ ਲਈ ਇਹਦੀ ਬੋਡੀ 'ਤੇ ਕਿਆ ਹੈ, ਸਪੋਟਸ ਹੈਗੇ ਆ। ਤਾਂ ਕੀਮੋਫਲੇਗ, ਕਲਰ ਚੇਂਜ ਹੁੰਦਾ ਇਹਨਾਂ ਦਾ, ਠੀਕ ਹੈ, ਅਤੇ ਪਤਾ ਹੀ ਨਹੀਂ ਲੱਗਦਾ ਜੰਗਲ ਦੇ ਵਿੱਚ ਵੀ ਇਹਦੇ ਕਰਕੇ। ਲੌਂਗ ਟੰਗ ਹੈ ਤਾਂ ਕਿ ਉਹ ਲੀਫ ਖਾ ਸਕਣ, ਠੀਕ ਹੈ। ਔਰ ਇਹਨਾਂ ਦੀ ਮੱਖੀਆਂ ਉਡਾਉਣ ਲਈ ਇੱਥੇ ਟੇਲਸ ਜਿਹੜੀ ਹੈਗੀ ਹੈ, ਫਰਿੰਜਡ ਟੇਲ ਹੈਗੀ ਹੈ। ਤਾਂ ਇਹ ਦੁਬਾਰਾ ਦੇਖੋ, ਇਹਨਾਂ ਦੀ ਨੈਕ ਲੰਬੀ ਹੈਗੀ ਹੈ, ਔਰ ਲੈਗਸ ਲੌਂਗ ਹੈਗੀਆਂ, ਬੋਡੀ 'ਤੇ ਸਪੋਰਟਸ ਹੈਗੇ ਆ, ਤਾਂ ਕਿ ਅਫਰੀਕਾ ਦੇ ਸਵਾਨਾ ਦੇ ਜੰਗਲਾਂ ਦੇ ਵਿੱਚ ਕੈਮੋਫਲੇਗ ਮੀਨਸ ਰੰਗ ਚੇਂਜ ਕਰਨ। ਔਰ ਇਹਨਾਂ ਦੀ ਜਿਹੜੀ ਟੰਗ ਹੈ ਉਹ ਲੰਬੀ ਹੋਏਗੀ, ਅਤੇ ਜਿਸ ਤਰ੍ਹਾਂ ਹੀ ਉਹ ਪੱਤੇ ਖਾ ਸਕਦੇ ਆ। ਔਰ ਇਹਦੀ ਟੇਲ ਫਰਿੰਜਡ ਹੋਏਗੀ ਤਾਂ ਕਿ ਮੱਛੀਆਂ ਨੂੰ ਉਡਾ ਸਕਣ। ਅਡੈਪਟੇਸ਼ਨ ਓਵਰ ਟਾਈਮ ਦੇ ਨਾਲ ਨਾਲ, ਪਹਿਲਾਂ ਦਿਖਾਇਆ ਪੰਛੀ ਦੀ ਹੋਲ, ਮਤਲਬ ਇਹ ਐਵੋਲੂਸ਼ਨ ਦਿਖਾਇਆ। ਹੁਣ ਕੀ ਹੈ, ਬਿਲਕੁਲ ਛੋਟੀ ਜਿਹੀ ਚੁੰਝ ਹੈਗੀ ਹੈ। ਤਾਂ ਦਿਸ ਇਜ਼ ਦੀ ਅਡੈਪਟੇਸ਼ਨ ਵਿਦ ਦਾ ਟਾਈਮ ਨਾਓ। ਹਾਂਜੀ ਬੇਟਾ, ਇਹ ਕੀ ਹੈ, ਲੋਆਇਨ ਦੇ ਵਿੱਚ ਕਿਵੇਂ ਅਡੈਪਟੇਸ਼ਨ ਹੋਈ ਹੈ, ਠੀਕ ਹੈ। ਫੋਰ ਹੰਟਿੰਗ, ਇਹਦੀਆਂ ਆਈਜ਼ ਬੜੀਆਂ ਪਾਵਰਫੁੱਲ ਹੁੰਦੀਆਂ ਤਾਂ ਕਿ ਉਹਨੂੰ ਰਾਤ ਦੇ ਵਿੱਚ ਵੀ ਕੀ ਦਿਖ ਸਕੇ, ਪ੍ਰੇ ਦਿਖ ਸਕੇ। ਔਰ ਇਹਦੇ ਸਾਈਡ 'ਤੇ ਆ ਮੇਨ ਹੈਗੀ ਹੈ, ਮੇਨ ਦੇ ਕਰਕੇ ਜਦੋਂ ਦੋ ਲੋਆਇਨ ਇੱਕ ਦੂਜੇ ਨਾਲ ਫਾਈਟ ਕਰਦੇ ਆ ਤਾਂ ਇਹਦੀ ਨੈਕ ਨੂੰ ਸੱਟ ਨਹੀਂ ਲੱਗਦੀ, ਠੀਕ ਹੈ। ਕੈਮੋਫਲੇਗ ਕੋਟ, ਇਹਦਾ ਗੋਲਡਨ ਕਲਰ ਹੋਏਗਾ, ਗੋਲਡਨ ਕਲਰ ਜਾਂ ਸੈਂਡੀ ਕਲਰ, ਤਾਂ ਕਿ ਇਹ ਅਫਰੀਕਾ ਦੇ ਸਵਾਨਾ ਜੰਗਲਾਂ ਦੇ ਵਿੱਚ ਰਹਿੰਦੇ ਆ, ਸੇਮ ਕੈਮੋਫਲੇਗ ਕਰ ਸਕਣ, ਠੀਕ ਹੈ। ਪਾਵਰਫੁੱਲ ਬੈਕ, ਅਤੇ ਤਾਂ ਕਿ ਇਹ ਚੰਗੀ ਤਰ੍ਹਾਂ ਤੇਜ਼ੀ ਨਾਲ ਫਾਸਟ ਰਨਿੰਗ ਹੋਣਗੇ, ਪ੍ਰੇ ਦੇ ਪਿੱਛੇ ਭੱਜ ਸਕਣ, ਠੀਕ ਹੈ। ਅਤੇ ਲੋਆਇਨ ਦੀ ਅਡੈਪਟੇਸ਼ਨ ਹੈ, ਗ੍ਰਾਸਲੈਂਡ ਸਵਾਨਾ ਜੈਬਰਸ ਦੀਆਂ ਅਸੀਂ ਅਡੈਪਟੇਸ਼ਨ ਕੀਤੀਆਂ ਹੈਗੀਆਂ ਕਿ ਇਹਦੇ ਜਿਹੜੇ ਈਅਰ ਹੈ ਉਹ ਵੱਡੇ ਸਾਈਜ਼ ਦੇ ਹੁੰਦੇ ਆ, ਤਾਂ ਕਿ ਇਵੈਪੋਰੇਸ਼ਨ ਹੀਟ ਨਾ ਉਹਨੂੰ ਮਹਿਸੂਸ ਹੋਵੇ। ਇਨਸਾਈਜ਼ਰਸ, ਕਿਉਂਕਿ ਇਹਨੇ ਗ੍ਰਾਸ ਖਾਣੀ ਹੈ ਤਾਂ ਇਨਸਾਈਜ਼ਰਸ ਹੁੰਦੇ ਆ ਇਹਦੇ ਵਿੱਚ। ਜੈਬਰਾ ਦੇ ਲੈਗਸ ਸਟਰੋਂਗ ਹੈਗੀਆਂ, ਔਰ ਸਟਾਈਪਸ ਹੈਗੀਆਂ, ਸਟਾਈਪਸ ਲੈਗ ਈਅਰ ਜਿਹੜੇ ਆ ਵੱਡੇ ਆ ਤਾਂ ਕਿ ਹੀਟ ਨਾ ਲੱਗੇ, ਔਰ ਸਟਾਈਪਸ ਹੈ, ਇਨਸਾਈਜ਼ਰਸ ਹੈਗੇ ਆ। ਤਾਂ ਇਹ ਅਡੈਪਟੇਸ਼ਨ ਆਫ ਦੀ ਜੈਬਰਾ ਹੋ ਗਈ ਤੁਹਾਡੀ।
ਬੜੇ ਪੇਜ ਹੈਗੇ ਆ। ਇਹਨੇ ਕੰਗਾਰੂ ਨੇ ਆਪਣੇ ਆਪ ਨੂੰ ਕਿਵੇਂ ਅਡੈਪਟ ਕੀਤਾ ਹੋਇਆ, ਸਟਰਕਚਰਲ ਟਾਈਪ ਦੀ ਐਡੈਪਟੇਸ਼ਨ ਹੈ। ਇਹਦੇ ਈਅਰਸ ਕਿਆ ਹੈ, ਲਾਰਜ, ਤਾਂ ਕਿ ਉਹ ਕੰਗਾਰੂ ਨੂੰ ਨੇ ਹੌਟ ਏਰੀਡ ਇਨਵਾਇਰਮੈਂਟ 'ਚ ਰਹਿਣਾ, ਤਾਂ ਤਾਂ ਕਿ ਈਅਰ ਉਹਨੂੰ ਕੂਲ ਰੱਖਦੇ ਹੈਗੇ। ਔਰ ਈਅਰਸ ਦੇ ਰਾਹੀਂ ਇਹਨੂੰ ਸੈਂਸ ਆਫ ਡੇਂਜਰ ਦਾ ਵੀ ਪਤਾ ਲੱਗ ਜਾਂਦਾ, ਇੰਨੇ ਸੈਂਸਿਟਿਵ ਈਅਰਸ ਹੁੰਦੇ ਆ। ਸਕਿਰਲ ਨੇ ਆਪਣੇ ਆਪ ਨੂੰ ਕਿਵੇਂ ਅਡੈਪਟ ਕੀਤਾ ਹੋਇਆ, ਸਕਿਰਲ ਕੀ ਆ, ਪ੍ਰਾਇਮਰੀ ਕੰਜ਼ਿਊਮਰ ਹੈਗੀ ਆ, ਫਲ ਸੀਡਸ ਵਗੈਰਾ ਖਾਂਦੀ ਹੈ। ਇਹਦੀ ਟੇਲ ਹੈ, ਇਹਨੇ ਝਾੜੀਆਂ ਦੇ ਉੱਤੇ ਕਲਾਈਮ ਕਰਨਾ ਹੈਗਾ, ਕੁੱਦਣਾ ਹੈਗਾ, ਤਾਂ ਟੇਲ ਇਹਦੀ ਜਿਹੜੀ ਹੈਗੀ ਹੈ ਬੁਸ਼ੀ ਟੇਲ ਹੈ। ਔਰ ਇਹ ਐਂਡ ਬਿਕਮ ਲੈਸ ਐਕਟਿਵ ਇਨ ਵੈਰੀ, ਸਰਦੀਆਂ ਦੇ ਵਿੱਚ ਇਹ ਕੀ ਹੈ, ਘੱਟ ਐਕਟਿਵ ਹੋ ਜਾਂਦੀ ਹੈ, ਕਿ ਨਟਸ ਵਗੈਰਾ ਖਾਂਦੀ ਹੈ। ਔਰ ਕਿਹਦੇ ਦੁਆਰਾ ਖਾਈ ਜਾਂਦੀ ਹੈ, ਫੌਕਸ। ਇਹ ਵੀ ਤੁਸੀਂ ਇੱਕ ਮੈਚਿੰਗ ਕਾਲਮ ਪੂਰਾ ਕਰਨਾ ਹੈਗਾ, ਜਿਵੇਂ ਪੌਂਡ ਦੇ ਵਿੱਚ ਕੌਣ ਕੌਣ ਰਹਿ ਸਕਦਾ, ਫਰੋਗ ਅਤੇ ਫਿਸ਼, ਠੀਕ ਹੈ। ਅਮਾਊਂਟ ਫੋਰੈਸਟ ਦਿਖਾਇਆ, ਫੋਰੈਸਟ ਦੇ ਵਿੱਚ ਇੱਦਾਂ ਦੇ ਛਿਪਕਲੀਆਂ, ਜੋ ਗੋਟ ਵੋਲਫ ਵਗੈਰਾ, ਤਾਂ ਇਹ ਮੈਚਿੰਗ ਵਾਲੀ ਸ਼ੀਟ ਹੈ। ਇਹਨਾਂ ਨੂੰ ਤੁਸੀਂ ਕੀ ਕਰਨਾ, ਮੈਚਿੰਗ ਹੈਬੀਟੇਟ ਦੇ ਅਕੋਰਡਿੰਗ, ਹੈਬੀਟੇਟ ਕਿ ਕਿਹੜਾ ਐਨੀਮਲ ਕਿਹੜੇ ਹੈਬੀਟੇਟ ਦੇ ਵਿੱਚ ਰਹੇਗਾ। ਇਹ ਵੀ ਸੇਮ ਇਹੀ ਹੈ, ਕਿਹੜਾ ਐਨੀਮਲ ਕਿਹੜੇ ਹੈਬੀਟੇਟ ਦੇ ਵਿੱਚ ਸਰਵਾਈਵ ਕਰੇਗਾ। ਜਿਵੇਂ ਬੀਅਰ ਹੈ, ਬੀਅਰ ਕਿੱਥੇ ਹੋਏਗਾ, ਪੋਲਰ ਬੀਅਰ ਆਰਕਟਿਕ 'ਚ, ਪੋਲਰ ਬੀਅਰ ਵਿਲ ਸਟੇ ਇਨ ਦੀ, ਇਹਨਾਂ ਦਾ ਰਹਿਣ ਦਾ ਸਥਾਨ ਹੈਬੀਟੇਟ ਕਿਆ ਹੋਏਗਾ, ਪੋਲਰ ਬੀਅਰ ਦਾ ਆਰਕਟਿਕ, ਠੀਕ ਹੈ। ਤਾਂ ਇਹ ਸਾਰਾ ਮੈਚਿੰਗ ਵਾਲੀਆਂ ਸੀਗੀਆਂ। ਉਹਨਾਂ ਜੋ ਅਡੈਪਟਿਵ ਐਪਲੀਕੇਸ਼ਨਸ, ਫਲਾਈ ਕੀਪ ਦੈਮ ਵਾਰਮ, ਜਿਵੇਂ ਇਹ ਛੋਟੇ ਛੋਟੇ, ਠੀਕ ਹੈ, ਮੁਰਗੀਆਂ ਜੀਆਂ, ਪੰਛੀ, ਇਹਨਾਂ ਨੇ ਫਲਾਈਟ ਅਡੈਪਟੇਸ਼ਨਸ ਕੀਤੀ ਹੋਈ ਹੈ। ਓਇਲੀ ਫੈਦਰਸ ਹੋਣਗੇ, ਇਹਨਾਂ ਦੇ ਪੈਰ ਜਿਹੜੇ ਆ ਸਵੀਮਿੰਗ ਟਾਈਪ ਦੇ ਹੋਣਗੇ। ਟਰਟਲ ਦਿਖਾਇਆ, ਟਰਟਲ ਦੀ ਬੋਡੀ 'ਤੇ ਸਕੇਲਸ ਹੁੰਦੇ ਆ ਜਾਂ ਸ਼ੈੱਲ ਹੋਏਗਾ, ਤਾਂ ਕਿ ਇਹ ਪ੍ਰੀਡੇਟਰ ਤੋਂ ਬਚ ਸਕੇ। ਫਰੋਗ ਹੈ, ਫਰੋਗ ਦੀ ਸਟਿੱਕੀ ਟੰਗ ਹੈ, ਔਰ ਲੌਂਗ ਕੱਪ ਔਨ ਦੀ ਆਈਜ਼ ਹੈਗੀਆਂ, ਸਟਰੋਂਗ ਲੈਗਸ ਹੈਗੀਆਂ, ਤਾਂ ਕਿ ਉਹ ਖਤਰੇ ਤੋਂ ਬਚ ਸਕਣ। ਈਗਲ ਨੇ ਆਪਣੇ ਆਪ ਨੂੰ ਅਡੈਪਟ ਕੀਤਾ ਹੈਗਾ, ਅਤੇ ਇਹਦਾ ਵਿੰਗਸ ਦਾ ਸਪੈਨ ਕੀ ਹੈ, ਜ਼ਿਆਦਾ ਹੈਗਾ, ਇੱਦਾਂ ਕਰਕੇ। ਆਈਜ਼ ਲਾਰਜ ਹੈਗੀਆਂ, ਠੀਕ ਆ। ਇਹਨਾਂ ਦਾ ਈਗਲ ਨੇ, ਫਰੋਗ ਨੇ, ਟਰਟਲ ਨੇ, ਅਤੇ ਆਹ ਬਰਡਸ ਨੇ ਆਪਣੇ ਆਪ ਨੂੰ ਅਡੈਪਟ ਕੀਤਾ ਹੋਇਆ। ਉਦੋਂ ਬਾਅਦ ਰੈਬਿਟ ਨੇ ਆਪਣੇ ਆਪ ਨੂੰ ਕਿਵੇਂ ਅਡੈਪਟ ਕੀਤਾ ਹੋਇਆ, ਇਹਦੇ ਈਅਰਸ ਜਿਹੜੇ ਹੈਗੇ ਆ ਲੰਬੇ ਆ, ਤਾਂ ਕਿ ਇਹ ਹੌਟ ਇਨਵਾਇਰਮੈਂਟ ਤੋਂ ਬਚ ਸਕਣ। ਫਾਸਟ ਰਨਿੰਗ ਹੈ, ਠੀਕ ਹੈ। ਤਾਂ ਇੱਦਾਂ ਇਹਨਾਂ ਨੇ ਆਪਣੇ ਆਪ ਨੂੰ ਅਡੈਪਟ ਕੀਤਾ ਹੋਇਆ। ਆ ਇੱਕ, ਠੀਕ ਹੈ, ਉਹ ਇੱਥੇ ਧਿਆਨ ਨਾਲ ਦੇਖ ਸਕਦੇ ਹੋ, ਠੀਕ ਹੈ, ਪੱਤੇ ਦੇ ਵਰਗਾ ਹੀ ਲੱਗਦਾ, ਜਦੋਂ ਕਿ ਇਹ ਇਨਸੈਕਟ ਹੈਗਾ। ਇੱਧਰ ਵੀ ਇੱਕ ਇਨਸੈਕਟ ਦਿਖਾਇਆ, ਇੱਕ ਇਨਸੈਕਟ ਆ, ਨੀਚੇ ਕੀ ਹੈ, ਵੁੱਡ ਹੈਗੀ ਹੈ। ਤਾਂ ਇੱਦਾਂ ਇਹ ਹਿਡਨ ਕੀਮੋਫਲੇਕ ਕਰਦੇ ਆ, ਕਿ ਜਿਹੜੀ ਬੈਕਗਰਾਊਂਡ ਆ ਉੱਦਾਂ ਦੀ ਇਹਨਾਂ ਦਾ ਸਕਿਨ ਕੀਮੋਫਲੇਕ ਕਹਿੰਦੇ ਆ। ਡੀਅਰ ਦੇ ਲੈਗਸ ਸਟਰੋਂਗ ਹੁੰਦੀਆਂ, ਠੀਕ ਹੈ। ਕਲਰ ਰਾਹੀਂ ਕੀ ਕਰਦੇ ਆ, ਕੀਮੋਫਲੇਕ ਕਰਦੇ ਆ। ਆਈਜ਼ ਹੋ ਗਏ, ਠੀਕ ਹੈ। ਗੁੱਡ ਹੀਅਰਿੰਗ ਹੈ, ਡਿਊ ਟੂ ਲਾਰਜ ਈਅਰ, ਗੁੱਡ ਸੈਂਸ ਆਫ ਸਮੈਲ। ਉਹ ਤੋਂ ਬਾਅਦ ਆ ਗਿਆ ਟਰਮਸ, ਕੀਮੋਫਲੇਕ ਦਾ ਮੀਨਸ ਕਲਰ ਚੇਂਜ। ਰੈਬਿਟ ਦੇ ਵਿੱਚ ਸਪੀਡ ਦਿਖਾਈ ਹੈ। ਸਨੇਕ ਹੈ, ਮਮਿਕਰੀ ਕਰਦਾ, ਠੀਕ ਹੈ, ਕਿੰਗ ਸਨੇਕ ਵੀ ਮਮਿਕਰੀ ਕਰੇਗਾ। ਟੋਡ ਜਾਂ ਫਰੋਗ ਹੈ ਜਾਂ ਬਟਰਫਲਾਈ ਹੈ, ਦੇ ਵਿਲ ਚੇਂਜ ਦੀ ਕਲਰਸ ਟੂ ਵਾਰਨ ਦੀ ਪ੍ਰੀਡੇਟਰ। ਤਾਂ ਅਤੇ ਪ੍ਰੀਡੇਟਰ ਟਾਈਪ ਦੀਆਂ ਅਡੈਪਟੇਸ਼ਨਸ ਹੈਗੀਆਂ। ਦੀ ਆਈਜ਼ ਆਫ ਦੀ, ਇਹ ਕੀ ਹੈ, ਪ੍ਰੇ ਅਤੇ ਪ੍ਰੀਡੇਟਰ ਦੀ ਕਿਵੇਂ ਪਹਿਚਾਣ ਕਰਨੀ ਆ, ਉਹਨਾਂ ਦੀਆਂ ਆਈਜ਼ ਤੋਂ, ਠੀਕ ਹੈ। ਜਿਹੜੇ ਤਾਂ ਪ੍ਰੀਡੇਟਰਸ ਹੋਣਗੇ, ਉਹਨਾਂ ਦੀਆਂ ਆਈਜ਼ ਕੀ ਹੈ, ਸਾਹਮਣੇ ਹੋਣਗੀਆਂ, ਤਾਂ ਕਿ ਉਹਨਾਂ ਨੂੰ ਸਿੰਗਲ ਫੋਕਸ ਹੋਏਗਾ। ਉਹਨਾਂ ਦੀਆਂ ਆਈਜ਼ ਜੋ ਹੈ ਇਨ ਫਰੰਟ 'ਤੇ, ਜਿਵੇਂ ਆ ਫਰੰਟ 'ਤੇ ਹੋਣਗੀਆਂ। ਪਰ ਜਿਹੜਾ ਪ੍ਰੇ ਹੈ, ਉਹਨਾਂ ਦੀਆਂ ਸਾਈਡਾਂ 'ਤੇ ਹੋਣਗੀਆਂ, ਇੱਧਰ, ਜਿਵੇਂ ਇਹਦੇ ਫਿਸ਼ ਦੀ ਇੱਧਰ ਅਤੇ ਇੱਧਰ ਹੈ, ਠੀਕ ਹੈ। ਸਾਡੀਆਂ ਵੀ ਸਾਹਮਣੇ ਆ, ਸਿੰਗਲ ਫੋਕਸ ਹੋ ਸਕੇ,
ਤੇ ਇਹਨਾਂ ਦੀਆਂ ਬਾਈਫੋਕਲ ਹੁੰਦੀਆਂ। 3 ਵਿਦਾਊਟ ਮੂਵਿੰਗ देयर ਹੈਡ ਸਮ ਪ੍ਰੇ ਹੈਵ ਆਲਮੋਸਟ 360 ਮਤਲਬ ਪਿੱਛੋਂ ਵੀ ਦੇਖ ਸਕਦੇ ਆ 360 ਇੱਦਾਂ ਦੀਆਂ। ਠੀਕ ਆ, ਜਿਹੜੇ ਤਾਂ ਪ੍ਰੀਡੇਟਰ ਆ ਉਹਨਾਂ ਦੀਆਂ ਆਈਜ਼ ਕਿੱਥੇ ਹੈਗੀਆਂ, ਸਾਹਮਣੇ ਹੈਗੀਆਂ। ਸਿੰਗਲ ਪੁਆਇੰਟ ਅਡੈਪਟੇਸ਼ਨ ਹੈਗੀ ਆ। ਔਰ ਜਿਹੜੇ ਪ੍ਰੇ ਵਾਲੇ ਆ ਉਹਨਾਂ ਦੀਆਂ ਸਾਈਡਾਂ 'ਤੇ ਹੈਗੀਆਂ ਆਈਜ਼, ਇੱਦਾਂ ਆਈਜ਼ ਦੇ ਥਰੂ ਅਡੈਪਟੇਸ਼ਨ ਕੀਤੀ ਹੈ। ਇਹ ਹੈਗੇ ਪ੍ਰੀਡੇਟਰ ਜਿਵੇਂ ਕੈਟ, ਐਲੀਗੇਟਰ, ਬੀਅਰ ਆਪਸ 'ਚ, ਅਤੇ ਪ੍ਰੇ ਜਿਨ੍ਹਾਂ ਨੂੰ ਖਾਧਾ ਜਾਂਦਾ ਜਿਵੇਂ ਚੂਹੇ ਨੂੰ ਕੌਣ ਖਾਏਗਾ, ਕੈਟ, ਠੀਕ ਹੈ, ਫਿਸ਼। ਔਰ ਇਹ ਕੀ ਹੈਗੇ ਪ੍ਰੀਡੇਟਰ, ਪ੍ਰੇ ਆ ਗਏ। ਉਸ ਤੋਂ ਬਾਅਦ ਹੈਗਾ ਕਈ ਤਰ੍ਹਾਂ ਦੇ ਐਨੀਮਲਸ ਦਿਖਾਏ ਹੈ। ਕਾਰਨੀਵੋਰਸ, ਹਰਬੀਵੋਰਸ, ਪੈਰਾਸਾਈਟ ਜਿਵੇਂ ਟੀਨੀਆ, ਸੋਲੀਅਮ। ਸਾਡੀ ਇੰਟੈਸਟਾਈਨ ਦੇ ਵਿੱਚ ਵੀ ਬੈਕਟੀਰੀਆ, ਵਾਇਰਸ ਹੁੰਦੇ ਆ। ਦੀਜ਼ ਆਰ ਆਲਸੋ ਐਨੀਮਲ, ਦੇ ਅਡੈਪਟ ਟੂ ਲਿਵ ਇਨ ਆਵਰ ਇੰਟੈਸਟਾਈਨ। ਕੈਨਾਬਲਿਜ਼ਮ ਦਾ ਮੀਨਸ ਹੁੰਦਾ ਜਿਵੇਂ ਮੱਕੜੀ ਵਗੈਰਾ, ਠੀਕ ਹੈ, ਇਹਦਾ ਜਿਹੜਾ ਵੀ ਔਰਗਨ ਖਰਾਬ ਹੋ ਜਾਂਦਾ ਉਹਨੂੰ ਰਿਪੇਅਰ ਕਰ ਲੈਂਦੀ ਹੈ ਜਾਂ ਸ਼ੈਡ ਅਪ ਕਰ ਦਿੰਦੀ ਹੈਗੀ। ਤਾਂ ਇਹ ਸੀਗੀਆਂ ਕੰਪੀਟੀਸ਼ਨਸ। ਜਿਵੇਂ ਗਰਾਸ ਹੈ ਉਹਨੂੰ ਇਨਸੈਕਟ ਵੀ ਖਾਂਦੇ ਆ ਔਰ ਗੋਟਸ ਵੀ, ਆਪਸੀ ਕੰਪੀਟੀਸ਼ਨਸ ਹੈ। ਜਾਂ ਐਂਟੀਬਾਇਓਟਿਕ ਹੈ ਪੈਨੀਸਿਲਿਨ ਅਤੇ ਬੈਕਟੀਰੀਆ, ਇੱਦਾਂ ਇਹਨੂੰ ਕੀ ਕਹਾਂਗੇ ਅਸੀਂ, ਐਂਟਾਗੋਨਿਜ਼ਮ। ਠੀਕ ਆ, ਤਾਂ ਜਿਸ ਤਰ੍ਹਾਂ ਹਾਥੀ ਦੇ ਪੈਰ ਦਿਖਾਏ ਹੈ, ਇਹਦੇ ਆਪਣੇ ਲਈ ਤਾਂ ਅਡੈਪਟਡ ਹੈ, ਪਰ ਜਦੋਂ ਹੁਣ ਚੀਂਟੀਆਂ ਦੇ ਉੱਤੇ ਅਗਰ ਰੱਖੇ ਗਏ ਪੈਰ, ਉੱਥੇ ਉਹ ਮਰ ਜਾਂਦੀ ਹੈ। ਤਾਂ ਹਰ ਇੱਕ ਦਾ ਆਪਣੀ ਸਰਵਾਈਵਲ ਲਈ, ਠੀਕ ਹੈ। ਜਿਵੇਂ ਵਾਲਨਟ ਦਾ ਟਰੀ ਹੈ, ਇਹ ਪੋਇਜ਼ਨ ਰੂਟਸ 'ਚੋਂ ਪੋਇਜ਼ਨਸ ਸਬਸਟਾਂਸ ਸਕਰੀਟ ਕਰਦਾ, ਤਾਂ ਉਸ ਏਰੀਆ 'ਚ ਕੋਈ ਹੋਰ ਟਰੀ ਨਹੀਂ ਗਰੋ ਕਰ ਸਕਦਾ ਹੈਗਾ। ਇੱਦਾਂ ਇਹਨਾਂ ਨੇ ਹੋਮੈਂਸਲਿਜ਼ਮਸ ਦੇ ਥਰੂ ਇੱਕ ਦੂਜੇ ਨਾਲ ਅਡੈਪਟ ਕੀਤਾ ਹੈਗਾ। ਨਾਓ ਕਮ ਟੂ ਦੀ ਬਿਲਕੁਲ ਐਂਡ ਵਾਲੇ ਪੇਜ 'ਤੇ ਆ ਜਾਓ, ਠੀਕ ਹੈ। ਉੱਥੇ ਥੋੜ੍ਹਾ ਜਿਹਾ ਦਿਖਾਇਆ ਵਾ ਸੀਗਾ ਜਿਵੇਂ ਇਹ ਪੋਲਰ ਬੀਅਰ ਹੈ ਔਰ ਕੋਈ, ਠੀਕ ਹੈ, ਛੋਟਾ ਜਿਹਾ ਦਿਖਾਇਆ। ਗਰਮੀਆਂ ਦੇ ਵਿੱਚ ਇਹਦਾ ਕੋਟ ਦਾ ਕਲਰ ਕੀ ਹੋ ਗਿਆ, ਬਲੈਕ ਬਰਾਊਨ। ਆਰਕਟਿਕ ਫੋਕਸ ਸਰਦੀਆਂ ਦੇ ਵਿੱਚ ਬਿਲਕੁਲ ਵਾਈਟ ਹੋ ਜਾਂਦੀ ਹੈ ਤਾਂ ਕਿ ਕਿਸੇ ਨੂੰ ਪਤਾ ਹੀ ਨਾ ਲੱਗੇ, ਪ੍ਰੀਡੇਟਰ ਨੂੰ ਪਤਾ ਨਾ ਲੱਗੇ ਕਿ ਇਹ ਹੈਗੀ ਹੈ। ਠੀਕ ਹੈ, ਕਈ ਜਿਵੇਂ ਹੋਵਰ ਫਲਾਈ ਅਤੇ ਬੰਬਲ ਫਲਾਈ, ਇੱਦਾਂ ਇਹਨਾਂ ਦਾ ਮਤਲਬ ਐਕਟ ਹੁੰਦਾ ਕਿ ਮਮਿਕਰੀ ਇੱਦਾਂ ਦੀ ਨਾਟਕ ਕਰਦੀਆਂ ਕਿ ਰਿਕੋਗਨਾਈਜ਼ ਹੀ ਨਹੀਂ ਹੁੰਦੀਆਂ ਕਿਹੜੀ ਬੰਬਲ ਬੀ ਹੈ, ਹੋਵਰ ਫਲਾਈ ਹੈ, ਜਾਂ ਉਹਨਾਂ ਦੀ ਪ੍ਰੈਜੈਂਸ ਦਾ ਪਤਾ ਨਹੀਂ ਲੱਗਦਾ। ਜਿਵੇਂ ਵਾਲਰਸ ਦਿਖਾਈ, ਇਹਦੇ ਵਿੱਚ ਲੌਂਗ ਟੀਥ ਹੈ, ਨੈਕ ਲੌਂਗ ਹੈਗੀ ਹੈ। ਜਿਰਾਫ ਦੇ ਵਿੱਚ ਨੈਕ ਲੌਂਗ ਹੈ। ਟਰੀ ਫਰੋਗ ਹੈ, ਆਪਣੇ ਆਪ ਨੂੰ ਅਡੈਪਟ ਕੀਤਾ। ਐਲੀਫੈਂਟ ਨੇ, ਸਨੇਕ ਨੇ, ਠੀਕ ਹੈ। ਇੱਦਾਂ ਇਹਨਾਂ ਨੇ ਫਰੂਟਸ ਖਾਣੇ ਹੈਗੇ, ਵੈਬਡ ਫੁੱਟ ਹੁੰਦੇ ਆ। ਤਾਂ ਇਹ ਸਾਰੀਆਂ ਕੀ ਹੋ ਗਈਆਂ, ਅਡੈਪਟੇਸ਼ਨਸ ਹੋ ਗਈਆਂ। ਹਰ ਇੱਕ ਦੇ ਵਿੱਚ ਕੁਛ ਨਾ ਕੁਛ ਸਟਰਕਚਰਲ ਬਿਹੇਵੀਅਰ ਅਤੇ ਇੱਦਾਂ ਦੀਆਂ ਜੈਨੇਟਿਕ ਅਡੈਪਟੇਸ਼ਨਸ ਹੋਈਆਂ। ਅਤੇ ਸਿਰਫ ਲੈਸਨ ਇੱਦਾਂ ਕਿਉਂ ਕਰਾ ਰਹੇ ਹੈਗੇ ਆ ਤਾਂ ਕਿ ਤੁਹਾਨੂੰ ਥੋੜ੍ਹਾ ਜਿਹਾ ਅੱਛਾ ਲੱਗੇ, ਠੀਕ ਹੈ। ਦਿਸ ਇਜ਼ ਦੀ ਨਿਊ ਮੈਥਡ ਹਾਊ ਯੂ ਕੈਨ see the lesson from a new point of the view. Thank you for watching the video.